इस वीडियो ਵਿੱਚ ਅਸੀਂ ਸ਼ਾਹ ਹੁਸੈਨ ਦੀ ਅਗਲੀ ਕਾਫੀ ਚਾਰੇ ਪੱਲੂ ਝੋਲੜੀ ਪੜ੍ਹਨ ਜਾ ਰਹੇ ਹਾਂ। ਚਾਰੇ ਪੱਲੂ ਝੋਲੜੀ ਨੈਣ ਰੋਂਦੀ ਦੇ ਪਿੰਨੇ, ਕਤ ਨ ਜਾਣਾ ਪੂਣੀਆਂ ਦੋਸ ਦੇਨੀਆਂ ਮੁੰਨੇ, ਆਵਣ ਆਵਣ ਕਹਿ ਗਏ ਮਾਂ 12 ਪੁੰਨੇ। ਇੱਕ ਅਨੇਰੀ ਕੋਠੜੀ ਦੂਜੇ ਮਿੱਤਰ ਵਿਛੁੰਨੇ, ਕਾਲੇ ਹਰਨਾ ਚਰ ਗਇਓ ਸ਼ਾਹ ਹੁਸੈਨ ਦੇ ਬੰਨੇ। ਇਸ ਵਿੱਚ ਸ਼ਾਹ ਹੁਸੈਨ ਕੀ ਕਹਿੰਦੇ ਹਨ? ਚਾਰੇ ਪੱਲੂ ਝੋਲੜੀ ਨੈਣ ਰੋਂਦੀ ਦੇ ਪਿੰਨੇ। ਸ਼ਾਹ ਹੁਸੈਨ ਇੱਕ ਬੇਰਨ ਦੇ ਰੂਪ ਵਿੱਚ ਕਹਿੰਦੇ ਹਨ ਕਿ ਆਪਣੇ ਪ੍ਰੀਤਮ ਦੇ ਵਿਛੋੜੇ ਵਿੱਚ ਮੈਂ ਇੰਨਾ ਰੋ ਲਿਆ ਹੈ ਕਿ ਮੇਰੀ ਝੋਲੜੀ ਦੇ ਚਾਰੇ ਪੱਲੂ ਭਿੱਜ ਗਏ ਹਨ। ਕੱਤ ਨਾ ਜਾਣਾ ਪੂਣੀਆਂ ਦੋਸ ਦੇਨੀਆਂ ਮੁੰਨੇ। ਕਹਿੰਦੀ ਮੈਂ ਆਪ ਤਾਂ ਪੂਣੀਆਂ ਵੀ ਨਹੀਂ ਜਾਣਦੀ ਹਾਂ, ਪਰ ਮੈਂ ਦੋਸ਼ ਮੁੰਨੇ ਨੂੰ ਦਿੰਦੀ ਹਾਂ। ਕੀ ਮਤਲਬ? ਉਹ ਕਹਿੰਦੇ ਹੈ ਕਿ ਪਿਆਰੇ ਦੇ ਨਾ ਮਿਲਣ ਵਿੱਚ ਉਸ ਦਾ ਕੋਈ ਦੋਸ਼ ਨਹੀਂ ਹੈ, ਸਾਰਾ ਦੋਸ਼ ਮੇਰਾ ਹੈ। ਆਵਣ ਆਵਣ ਕਹਿ ਗਏ ਮਾਂ 12 ਪੁੰਨੇ। ਕਹਿੰਦੇ ਉਸਨੇ ਤਾਂ ਮੈਨੂੰ ਆਉਣ ਲਈ ਆਖਿਆ ਹੀ ਸੀ, ਮੈਨੂੰ ਉਡੀਕਦਿਆਂ 12 ਮਹੀਨੇ ਬੀਤ ਗਏ ਹਨ, ਪਰ ਉਹ ਨਹੀਂ ਆਏ। ਇੱਕ ਅਨੇਰੀ ਕੋਠੜੀ ਦੂਜੇ ਮਿੱਤਰ ਵਿਛੋਨੇ। ਕਹਿੰਦੇ ਇੱਕ ਤੋਂ ਸਭ ਤੋਂ ਵੱਡੀ ਮੁਸੀਬਤ ਹੀ ਇਹੀ ਹੈ ਕਿ ਇਹ ਜਿਹੜਾ ਸੰਸਾਰ ਹੈ ਇੱਕ ਹਨੇਰੀ ਕੋਠੀ ਹੈ, ਅਤੇ ਦੂਜੇ ਜਿਹੜੇ ਮਿੱਤਰ ਹਨ ਮਤਲਬ ਕਿ ਉਹ ਆਪਣੇ ਪ੍ਰੀਤਮ ਤੋਂ ਵਿਛੜ ਗਈ ਹੈ। ਕਾਲੇ ਹਰਨਾ ਚਰ ਗਇਓ ਸ਼ਾਹ ਹੁਸੈਨ ਦੇ ਬੰਨੇ। ਸ਼ਾਹ ਹੁਸੈਨ ਆਖਦੇ ਹਨ ਕਿ ਬਿਹਰੋਂ ਦੇ ਕਾਲੇ ਹਿਰਨ ਨੇ ਮੇਰੇ ਜੀਵਨ ਦੇ ਬੰਨਿਆਂ ਨੂੰ ਚਰ ਲਿਆ ਹੈ। ਇਸ ਦਾ ਪ੍ਰਸੰਗ ਸਹੀ ਵਿਆਖਿਆ ਇਸ ਪ੍ਰਕਾਰ ਹੈ। ਪ੍ਰਸੰਗ: ਇਹ ਕਾਵਿ ਟੋਟਾ ਸ਼ਾਹ ਹੁਸੈਨ ਦੀ ਲਿਖੀ ਹੋਈ ਕਾਫੀ ਹੈ ਅਤੇ ਇਹ ਕਾਵਿ ਗੌਰਵ ਕਾਵਿ ਸੰਗ੍ਰਹਿ ਵਿੱਚ ਦਰਜ ਚਾਰੇ ਪੱਲੂ ਝੋਲੜੀ ਸਿਰਲੇਖ ਹੇਠ ਦਰਜ ਹੈ। ਇਸ ਕਾਫੀ ਵਿੱਚ ਸ਼ਾਹ ਹੁਸੈਨ ਨੇ ਇੱਕ ਬੇਰਨ ਦੇ ਆਪਣੇ ਪ੍ਰੀਤਮ ਲਈ ਬਿਹਰੋਂ ਦੇ ਭਾਵਾਂ ਨੂੰ ਬੜੇ ਦਰਦ ਭਿੰਨੇ ਢੰਗ ਨਾਲ ਬਿਆਨ ਕੀਤਾ ਹੈ। ਵਿਆਖਿਆ: ਕਵੀ ਇੱਕ ਬੇਰਨ ਦੇ ਰੂਪ ਵਿੱਚ ਕਹਿੰਦਾ ਹੈ ਕਿ ਆਪਣੇ ਪ੍ਰੀਤਮ ਦੇ ਵਿਛੋੜੇ ਵਿੱਚ ਅੱਖਾਂ ਦੇ ਰੋਣ ਕਾਰਨ ਮੇਰੀ ਝੋਲੀ ਦੇ ਚਾਰੇ ਪੱਲੇ ਭਿੱਜ ਗਏ ਹਨ। ਮੈਂ ਆਪ ਤਾਂ ਪੂਣੀਆਂ ਵੀ ਕੱਟਣੀਆਂ ਨਹੀਂ ਜਾਣਦੀ, ਪਰ ਮੈਂ ਦੋਸ਼ ਮੁੰਨੇ ਨੂੰ ਦਿੰਦੀ ਹਾਂ। ਭਾਵ ਪਿਆਰੇ ਦੇ ਨਾ ਮਿਲਣ ਵਿੱਚ ਉਸ ਦਾ ਕੋਈ ਦੋਸ਼ ਨਹੀਂ, ਸਗੋਂ ਦੋਸ਼ ਮੇਰਾ ਹੀ ਹੈ। ਮੇਰੇ ਪ੍ਰੀਤਮ ਨੇ ਆਉਣ ਲਈ ਆਖਿਆ ਸੀ, ਮੈਨੂੰ ਉਡੀਕਦਿਆਂ 12 ਮਹੀਨੇ ਬੀਤ ਗਏ ਹਨ, ਪਰ ਉਹ ਨਹੀਂ ਆਏ। ਇੱਕ ਤਾਂ ਇਹ ਸੰਸਾਰ ਹਨੇਰੀ ਕੋਠੜੀ ਹੈ ਅਤੇ ਦੂਸਰੀ ਮੁਸੀਬਤ ਇਹ ਹੈ ਕਿ ਮੈਂ ਆਪਣੇ ਪ੍ਰੀਤਮ ਤੋਂ ਵਿਛੜ ਹੋਈ ਹਾਂ। ਸ਼ਾਹ ਹੁਸੈਨ ਆਖਦਾ ਹੈ ਕਿ ਬਿਹਰੋਂ ਦੇ ਕਾਲੇ ਹਿਰਨ ਨੇ ਮੇਰੇ ਜੀਵਨ ਦੇ ਬੰਨਿਆਂ ਨੂੰ ਚਰ ਲਿਆ ਹੈ। ਹੁਣ ਅਸੀਂ ਸ਼ਾਹ ਹੁਸੈਨ ਦੀ ਅਗਲੀ ਕਾਫੀ ਕਿਆ ਕੀਤੋ ਇੱਥੇ ਆਏ ਕੇ ਪੜ੍ਹਨ ਜਾ ਰਹੇ ਹਾਂ। ਕਿਆ ਕੀਤੋ ਇੱਥੇ ਆਏ ਕੇ, ਕਿਆ ਕਰਸੈ ਉੱਥੇ ਜਾਏ ਕੇ। ਨਾ ਤੇ ਤੁੰਮਣ ਤੁੰਬਿਆ, ਨਾ ਤੇ ਪਿੰਜਣ ਪਿੰਜਿਆ, ਨਾ ਲੀਤੋ ਸੂਤ ਕਤਾਏ ਕੇ। ਇਸ ਵਿੱਚ ਸ਼ਾਹ ਹੁਸੈਨ ਨੇ ਕੀ ਦੱਸਿਆ ਹੈ? ਉਹ ਕਹਿੰਦੇ ਹਨ ਕਿ ਹੇ ਮੇਰੀਏ ਜਿੰਦੇ, ਤੂੰ ਇਸ ਸੰਸਾਰ ਵਿੱਚ ਆ ਕੇ ਕੋਈ ਵੀ ਨੇਕ ਕੰਮ ਨਹੀਂ ਕੀਤਾ, ਤੂੰ ਕੋਈ ਚੰਗੇ ਕੰਮ ਨਹੀਂ ਕੀਤੇ, ਤੂੰ ਜੋ ਵੀ ਕੀਤਾ ਹੈ ਬੁਰੇ ਕੰਮ ਹੀ ਕੀਤੇ ਹਨ। ਅਤੇ ਹੁਣ ਮੈਂ ਹੈਰਾਨ ਹਾਂ ਕਿ ਕੱਲ੍ਹ ਨੂੰ ਜਦੋਂ ਤੂੰ ਆਪਣੇ ਪ੍ਰਭੂ ਦੇ ਮਾਲਕ ਦੇ ਘਰ ਜਾਣਾ ਹੈ ਤਾਂ ਤੂੰ ਉੱਥੇ ਜਾ ਕੇ ਕੀ ਜਵਾਬ ਦੇਵੇਂਗੀ? ਜਿਹੜੇ ਤੇਰੇ ਨੇਕ ਕਰਮ ਸੀ ਉਹੀ ਤੇਰਾ ਦਾਜ ਸਨ, ਅਤੇ ਜਿਹੜਾ ਤੂੰ ਅਗਲੇ ਘਰ ਜਾਣਾ ਹੈ ਉਹ ਤੇਰਾ ਸਹੁਰਾ ਘਰ ਹੈ। ਅਤੇ ਜੇ ਤੂੰ ਕੋਈ ਦਾਜ ਨਹੀਂ ਲੈ ਕੇ ਜਾਏਂਗੀ ਤੈਨੂੰ ਕੋਈ ਇੱਜ਼ਤ ਨਹੀਂ ਮਿਲਣੀ, ਕਿਉਂਕਿ ਜਿਹੜੀ ਤੈਨੂੰ ਇੱਜ਼ਤ ਮਿਲਣੀ ਸੀ ਉਹ ਤੇਰੇ ਦਾਜ ਕਰਕੇ ਹੀ ਮਿਲਣੀ ਸੀ। ਪਰ ਤੈਨੂੰ ਨੇਕ ਅਮਲਾਂ ਤੋਂ ਸੱਖਣੀ ਹੋਣ ਕਰਕੇ ਹੁਣ ਪਛਤਾਉਣਾ ਪਵੇਗਾ। ਹੁਣ ਅਸੀਂ ਇਸ ਨੂੰ ਪੜ੍ਹਦੇ ਹਾਂ। ਕਿਆ ਕੀਤਾ ਇੱਥੇ ਆ ਕੇ, ਕਿਆ ਕਰਸੈਂ ਉੱਥੇ ਜਾ ਕੇ। ਕੀ ਕੀਤਾ ਤੂੰ ਇਸ ਸੰਸਾਰ ਵਿੱਚ ਆ ਕੇ, ਅਤੇ ਹੁਣ ਕੀ ਕਰੇਂਗੀ ਅਗਲੇ ਘਰ ਜਾ ਕੇ। ਨਾ ਤੇ ਤੁੰਬਣ ਤੁੰਬਿਆ, ਨਾ ਤੇ ਤੂੰ ਆਪਣੀਆਂ ਇੰਦਰੀਆਂ ਨੂੰ ਤੁੰਬਣ ਨਾਲ ਤੁੰਬਿਆ ਹੈ, ਨਾ ਤੇ ਪਿੰਜਣ ਪਿੰਜਿਆ, ਨਾ ਹੀ ਸਾਧਨਾ ਦੇ ਪਿੰਜਣ ਨਾਲ ਪਿੰਜਾਇਆ ਹੈ, ਨਾ ਲੀਤੋ ਸੂਤ ਕਤਾਏ ਕੇ, ਅਤੇ ਨਾ ਹੀ ਉੱਚੀ ਕਰਨੀ ਦਾ ਸੂਤ ਕਤਾਇਆ ਹੈ। ਤੂੰ ਹੁਣ ਕੁਛ ਵੀ ਨੇਕ ਅਮਲ ਨਹੀਂ ਕੀਤੇ, ਅਤੇ ਹੁਣ ਅੱਗੇ ਜਾ ਕੇ ਤੂੰ ਕੀ ਜਵਾਬ ਦੇਵੇਂਗੀ? ਇਸ ਦੀ ਪ੍ਰਸੰਗ ਸਹਿਤ ਵਿਆਖਿਆ ਇਸ ਪ੍ਰਕਾਰ ਹੈ। ਪ੍ਰਸੰਗ: ਇਹ ਕਾਵਿ ਟੋਟਾ ਕਾਵਿ ਗੌਰਵ ਕਾਵਿ ਸੰਗ੍ਰਹਿ ਵਿੱਚ ਦਰਜ ਸ਼ਾਹ ਹੁਸੈਨ ਦੀ ਰਚੀ ਹੋਈ ਕਾਫੀ ਕਿਆ ਕੀਤਾ ਇੱਥੋਂ ਆਏ ਕੇ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਕੱਤਣ ਤੁੰਬਣ ਤੇ ਪ੍ਰਤੀਕਾਂ ਰਾਹੀਂ ਜਿੰਦ ਨੂੰ ਨੇਕ ਅਮਲਾਂ ਦੀ ਕਮਾਈ ਦਾ ਕਾਰਨ
ਕਰਕੇ ਅੱਗੋਂ ਆਉਣ ਵਾਲੀ ਮੁਸ਼ਕਲ ਤੋਂ ਖਬਰਦਾਰ ਕੀਤਾ। ਵਿਆਖਿਆ ਕਵੀ ਕਹਿੰਦਾ ਹੈ ਕਿ ਹੇ ਮੇਰੀਏ ਜਿੰਦੇ, ਤੂੰ ਇਸ ਸੰਸਾਰ ਵਿੱਚ ਆ ਕੇ ਕੋਈ ਨੇਕ ਕੰਮ ਨਹੀਂ ਕੀਤਾ, ਜਿਸ ਬਾਰੇ ਸੋਚ ਕੇ ਮੈਂ ਹੈਰਾਨ ਹਾਂ ਕਿ ਤੂੰ ਆਪਣੇ ਅਗਲੇ ਸਹੁਰੇ ਘਰ ਅਰਥਾਤ ਪ੍ਰਭੂ ਪਤੀ ਦੇ ਘਰ ਜਾ ਕੇ ਕੀ ਕਹੇਂਗੀ। ਤੈਨੂੰ ਤੇਰੇ ਨੇਕ ਅਮਲਾਂ ਦੇ ਇਕੱਠੇ ਕੀਤੇ ਦਾਜ ਨੇ ਤੈਨੂੰ ਇੱਜ਼ਤ ਬਖਸ਼ਣੀ ਸੀ, ਪਰ ਤੈਨੂੰ ਹੁਣ ਨੇਕ ਅਮਲਾਂ ਤੋਂ ਸਖਣੀ ਹੋਣ ਕਰਕੇ ਪਛਤਾਣਾ ਪਊਗਾ। ਕਹਿੰਦੇ ਤੂੰ ਆਪਣੀ ਸਾਰੀ ਉਮਰ ਵਿੱਚ ਨੇਕ ਅਮਲਾਂ ਦਾ ਚਰਖਾ ਕੱਟਣ ਲਈ ਕੋਈ ਉਦਮ ਨਹੀਂ ਕੀਤਾ। ਨਾ ਤੂੰ ਆਪਣੀ ਇੰਦਰੀਆਂ ਨੂੰ ਟੁੰਬਣ ਨਾਲ ਟੁੰਬਿਆ ਹੈ, ਨਾ ਹੀ ਸਾਧਨਾ ਦੇ ਪਿੰਜਣ ਨਾਲ ਪਿੰਜਿਆ ਹੈ, ਤੇ ਨਾ ਹੀ ਉੱਚੀ ਕਰਨੀ ਦਾ ਸੂਤ ਕਤਾਇਆ ਹੈ। ਨਾ ਤੇ ਚਰਖਾ ਫੇਰਿਆ, ਨਾ ਤੇ ਸੂਤ ਅਟੇਰਿਆ, ਨਾ ਲੀਤੋ ਤਾਣੀ ਤਣਾਈ ਕੇ, ਨਾ ਤੇ ਵੇਲ ਪਿੰਜਾਇਆ, ਨਾ ਤੇ ਪੰਛੀ ਪਾਇਆ, ਨਾ ਲੀਤੋ ਦਾਜ ਰਗਾਇਆ ਗਿਆ। ਇਸ ਵਿੱਚ ਸ਼ਾਮ ਸੈਨ ਨੇ ਕੀ ਕਿਹਾ ਹੈ ਕਿ ਹੇ ਮੇਰੀਏ ਜਿੰਦੇ, ਨਾ ਤੇ ਤੂੰ ਕੋਈ ਨੇਕ ਅਮਲਾਂ ਦਾ ਚਰਖਾ ਕੱਤਿਆ, ਨਾ ਤੇ ਸੂਤ ਅਟੇਰਿਆ, ਨਾ ਤੇ ਕੋਈ ਸੂਤ ਅਟੇਰਿਆ, ਨਾ ਲੀਤੋ ਤਾਣੀ ਤਣਾਈ ਕੇ, ਨਾ ਹੀ ਤੂੰ ਕੋਈ ਸ਼ੁਭ ਕਰਮਾਂ ਦੀ ਤਾਣੀ ਬਣਵਾਈ ਹੈ, ਨਾ ਤੇ ਵੇਲ ਪਿੰਜਾਇਆ ਹੈ, ਨਾ ਹੀ ਤੂੰ ਵਿਕਾਰਾਂ ਦੇ ਰੂਹ ਨੂੰ ਵੇਲਿਆ ਹੈ ਤੇ ਪਿੰਜਾਰਿਆ ਹੈ, ਨਾ ਤੇ ਪੱਛੀ ਪਾਇਆ, ਨਾ ਮੁਰਸ਼ਦ ਦੀ ਸਿੱਖਿਆ ਨੂੰ ਪਾਇਆ ਹੈ, ਨਾ ਲੀਤੋ ਦਾਜ ਰੰਗਾਏ ਕੇ। ਕਹਿੰਦੇ ਨਾ ਹੀ ਕੋਈ ਤੂੰ ਦਾਜ ਤਿਆਰ ਕੀਤਾ ਹੈ, ਹੁਣ ਤੂੰ ਅੱਗੇ ਜਾ ਕੇ ਕਰੇਂਗੀ ਕੀ। ਇਸ ਦੀ ਪ੍ਰਸ਼ੰਸਾ ਵਿੱਚ ਵਿਆਖਿਆ ਇਸ ਪ੍ਰਕਾਰ ਹੈ। ਇਹ ਕਾਵਿ ਟੂਟਾ ਕਾਵਿ ਗੌਰਵ ਕਾਵਿ ਸੰਗ੍ਰਹਿ ਵਿੱਚ ਦਰਜ ਸ਼ਾਹ ਹੁਸੈਨ ਦੀ ਰਚੀ ਹੋਈ ਕਾਫੀ ਕਿਆ ਕੀਤਾ ਇੱਥੇ ਆ ਕੇ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਕੱਤਣ ਤੁੰਬਣ ਤੋਂ ਪ੍ਰਤੀਕਾਂ ਰਾਹੀਂ ਜਿਹਨੂੰ ਨੇਕ ਅਮਲਾਂ ਦੀ ਕਮਾਈ ਨਾ ਕਰਨ ਕਰਕੇ ਅੱਗੋਂ ਆਉਣ ਵਾਲੀ ਮੁਸ਼ਕਲ ਨੂੰ ਖਬਰਦਾਰ ਕੀਤਾ। ਵਿਆਖਿਆ ਕਵੀ ਕਹਿੰਦਾ ਹੈ ਕਿ ਹੇ ਮੇਰੀਏ ਜਿੰਦੇ, ਤੂੰ ਆਪਣੀ ਸਾਰੀ ਉਮਰ ਵਿੱਚ ਨੇਕ ਅਮਲਾਂ ਦਾ ਚਰਖਾ ਕੱਟਣ ਲਈ ਕੋਈ ਉਦਮ ਨਹੀਂ ਕੀਤਾ। ਨਾ ਤੂੰ ਆਪਣੀ ਇੰਦਰੀਆਂ ਨੂੰ ਤੁੰਬਣ ਨਾਲ ਤੁੰਬਿਆ ਹੈ, ਨਾ ਹੀ ਸਾਧਨਾ ਦੇ ਪਿੰਜਣ ਨਾਲ ਪਿੰਜਾਇਆ ਹੈ, ਤੇ ਨਾ ਹੀ ਉੱਚੀ ਕਰਨੀ ਦਾ ਸੂਤ ਕਤਾਇਆ ਹੈ। ਨਾ ਤੂੰ ਇਸ ਮੰਤਵ ਲਈ ਚਰਖਾ ਚਲਾਇਆ ਹੈ, ਨਾ ਹੀ ਨੇਕੀ ਦਾ ਸੂਤ ਅਟੇਰਿਆ ਹੈ, ਤੇ ਨਾ ਹੀ ਸ਼ੁਭ ਕਰਮਾਂ ਦੀ ਤਾਣੀ ਬਣਵਾਈ ਹੈ। ਤੂੰ ਨਾ ਹੀ ਵਿਕਾਰਾਂ ਦੇ ਰੂਹ ਨੂੰ ਵੇਲਿਆ ਹੈ ਤੇ ਪਿੰਜਾਇਆ ਹੈ, ਨਾ ਮੁਰਸ਼ਦ ਦੀ ਸਿੱਖਿਆ ਨੂੰ ਪਾਇਆ ਹੈ, ਤੇ ਨਾ ਹੀ ਸਾਧ ਸੰਗਤ ਦੇ ਰੰਗ ਨਾਲ ਰੰਗਾ ਕੇ ਨੇਕ ਅਮਲਾਂ ਦਾ ਦਾਜ ਤਿਆਰ ਕਰਾਇਆ ਹੈ। ਇਸ ਤਰ੍ਹਾਂ ਤੂੰ ਸ਼ੁਭ ਅਮਲਾਂ ਤੋਂ ਸਖਣੀ ਹੈ। ਸ਼ਾਹ ਹੁਸੈਨ ਮੈਂ ਦਾਜ ਵਿਉਣੀਆਂ, ਅਮਲਾਂ ਬਾਜੋ ਗੱਲਾਂ ਕੂੜੀਆਂ, ਨਾ ਲੀਤੋ ਸ਼ੌਰ ਜਾਈ ਕੇ। ਇਸ ਵਿੱਚ ਸ਼ਾਹ ਹੁਸੈਨ ਨੇ ਕੀ ਕਿਹਾ ਹੈ? ਉਹ ਕਹਿੰਦੇ ਹਨ, ਹੇ ਮੇਰੀਏ ਜਿੰਦੇ, ਤੂੰ ਅਜੇ ਤੱਕ ਕੋਈ ਵੀ ਦਾਜ ਤਿਆਰ ਨਹੀਂ ਕੀਤਾ ਹੈ। ਅਮਲਾਂ ਬਾਜੋਂ ਗੱਲਾਂ ਕੂੜੀਆਂ ਕਹਿੰਦੇ ਅਸਲ ਵਿੱਚ ਸ਼ੁਭ ਅਮਲਾਂ ਤੋਂ ਬਿਨਾਂ ਹੋਰ ਸਾਰੀਆਂ ਗੱਲਾਂ ਝੂਠੀਆਂ ਹਨ। ਨਾ ਲੀਤੋਂ ਸ਼ੌਰ ਜਾਈ ਕੇ, ਤੂੰ ਹੁਣ ਦਾਜ ਤੋਂ ਬਿਨਾਂ ਆਪਣੇ ਪ੍ਰਭੂ ਪਤੀ ਨੂੰ ਪ੍ਰਸੰਨ ਨਹੀਂ ਕਰ ਪਾਵੇਂਗੀ ਤੇ ਉਹਨਾਂ ਦੇ ਪਿਆਰ ਦੀ ਪਾਤਰ ਨਹੀਂ ਬਣ ਪਾਵੇਂਗੀ। ਪ੍ਰਸੰਗ ਇਹ ਕਾਵਿ ਟੋਟਾ ਕਾਵਿ ਗੌਰਵ ਕਾਵਿ ਸੰਗ੍ਰਹਿ ਵਿੱਚ ਦਰਜ ਸ਼ਾਹ ਹੁਸੈਨ ਦੀ ਰਚੀ ਹੋਈ ਕਾਫੀ ਕਿਆ ਕੀਤਾ ਇੱਥੇ ਆ ਕੇ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਕੱਤਣ ਤੁੰਬਣ ਤੋਂ ਪ੍ਰਤੀਕਾਂ ਰਾਹੀਂ ਜਿਹਨੂੰ ਨੇਕ ਅਮਲਾਂ ਦੀ ਕਮਾਈ ਨਾ ਕਰਨ ਕਰਕੇ ਅੱਗੋਂ ਆਉਣ ਵਾਲੀ ਮੁਸ਼ਕਲ ਤੋਂ ਖਬਰਦਾਰ ਕੀਤਾ। ਵਿਆਖਿਆ ਸ਼ਾਹ ਹੁਸੈਨ ਕਹਿੰਦਾ ਹੈ ਕਿ ਹੇ ਮੇਰੀਏ ਜਿੰਦੇ, ਤੂੰ ਸ਼ੁਭ ਅਮਲਾਂ ਦਾ ਕੋਈ ਅਮਲ ਨਾ ਕਰਨ ਕਰਕੇ ਦਾਜ ਤੋਂ ਬਗੈਰ ਹੈ। ਅਸਲ ਵਿੱਚ ਸ਼ੁਭ ਅਮਲਾਂ ਤੋਂ ਬਿਨਾਂ ਹੋਰ ਸਭ ਗੱਲਾਂ ਝੂਠੀਆਂ ਹਨ। ਇਹਨਾਂ ਤੋਂ ਬਗੈਰ ਤੂੰ ਪ੍ਰਭੂ ਪਤੀ ਨੂੰ ਪ੍ਰਸੰਨ ਨਹੀਂ ਕਰ ਸਕੇਂਗੀ ਤੇ ਉਸ ਦੇ ਪਿਆਰ ਦੀ ਪਾਤਰ ਨਹੀਂ ਬਣ ਸਕੇਂਗੀ।